ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਪੱਛਮ ਬੰਗਾਲ ਦੇ ਵਿੱਚ ਵੀ ਅਫੀਮ ਦੀ ਖੇਤੀ ਸ਼ੁਰੂ ਕਰਵਾਈ ਜਾਵੇ, ਕਿਉਂਕਿ ਖਸਖਸ ਦੇ ਨਾਲ ਜੋ ਪਕਵਾਨ ਤਿਆਰ ਹੁੰਦੇ ਨੇ ਉਹ ਬੰਗਾਲੀ ਲੋਕ ਤਕਰੀਬਨ ਹਰ ਰੋਜ਼ ਖਾਂਦੇ ਨੇ, ਕਿਉਂਕਿ ਇਹਦੇ ਬੀਜ ਮਹਿੰਗੇ ਨੇ, ਕਿਉਂਕਿ ਕੁਝ ਹੀ ਰਾਜਾਂ ਵਿੱਚ ਇਹਦੀ ਖੇਤੀ ਹੋ ਰਹੀ ਹੈ। ਮਮਤਾ ਬੈਨਰਜੀ ਨੇ ਇਹ ਵੀ ਕਿਹਾ ਸੀ ਕਿ ਅਸੀਂ ਮਹਿੰਗੇ ਰੇਟਾਂ ਦੇ ਉੱਤੇ ਕਿਉਂ ਦੂਸਰੇ ਰਾਜਾਂ ਕੋਲੋਂ ਖਰੀਦੀਏ ਜੋ ਕਿ ਅਸੀਂ ਖੁਦ ਉਗਾ ਸਕਦੇ ਹਾਂ। ਖਸਖਸ ਦੀ ਖੇਤੀ ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਸਰਕਾਰੀ ਕੰਟਰੋਲ ਦੇ ਦਾਇਰੇ ਵਿੱਚ ਰਹਿ ਕੇ ਕਰਵਾਈ ਜਾਂਦੀ ਹੈ, ਜਿਹਦੇ ਫਲ ਤੋਂ ਅਫੀਮ ਤਿਆਰ ਕਰਕੇ ਅਲੱਗ-ਅਲੱਗ ਦਵਾਈਆਂ ਦੇ ਵਿੱਚ ਵੀ ਵਰਤੀ ਜਾਂਦੀ ਹੈ। ਹੁਣ ਭਾਰਤ ਦੇ ਤਕਰੀਬਨ 3 ਰਾਜਾਂ ਵਿੱਚ ਹੀ ਅਫੀਮ ਦੀ ਖੇਤੀ ਕਰਵਾਈ ਜਾਂਦੀ ਹੈ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼। ਪੰਜਾਬ ਵਿੱਚ ਵੀ ਅਫੀਮ ਦੀ ਖੇਤੀ ਸ਼ੁਰੂ ਕਰਨ ਲਈ ਕਈ ਵਾਰ ਮੰਗ ਉੱਠੀ ਹੈ, ਪਰ ਜਿਹਨੂੰ ਸਵੀਕਾਰ ਨਹੀਂ ਕੀਤਾ ਗਿਆ, ਪਰ ਇਸ ਦੀ ਮੰਗ ਲਗਾਤਾਰ ਜਾਰੀ ਹੈ। ਪੰਜਾਬ 'ਚ ਅਫੀਮ ਦੀ ਖੇਤੀ ਦੀ ਮੰਗ ਕਿਉਂ ਕੀਤੀ ਜਾਂਦੀ ਹੈ ਤੇ ਸਰਕਾਰ ਇਹ ਖੇਤੀ ਨੂੰ ਮਨਜ਼ੂਰੀ ਕਿਉਂ ਨਹੀਂ ਦਿੰਦੀ? ਸ਼ੁਰੂਆਤ ਦੇ ਵਿੱਚ ਪੰਜਾਬ ਵਿੱਚ ਅਫੀਮ ਦੀ ਖੁੱਲੀ ਖੇਤੀ ਤੇ ਰੋਕ ਕਿਉਂ ਲਗਾਈ ਗਈ? ਇਸ ਵੀਡੀਓ ਦੇ ਨਾਲ ਅਫੀਮ ਦੇ ਨਾਲ ਜੁੜੇ ਕੁਝ ਇਹੋ ਜਿਹੇ ਸਵਾਲਾਂ ਤੇ ਉਹਨਾਂ ਦੇ ਨਾਲ ਜੁੜੇ ਕੁਝ ਇਹੋ ਜਿਹੇ ਜਵਾਬਾਂ ਦੇ ਉੱਤੇ ਗੱਲਬਾਤ ਕਰਾਂਗੇ। ਵੀਡੀਓ ਚੰਗੇ ਲੱਗੇ ਤਾਂ ਹੁਣੇ ਤੋਂ ਇੱਕ ਲਾਈਕ ਕਰ ਦਿਓ ਤੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਭਾਰਤ ਵਿੱਚ ਅਫੀਮ ਦੀ ਖੇਤੀ ਕਰਨ ਵਾਲੇ ਰਾਜਾਂ ਦੇ ਵਿੱਚ ਪੰਜਾਬ ਵੀ ਸ਼ਾਮਲ ਹੋਣਾ ਚਾਹੁੰਦਾ ਹੈ, ਕਿਉਂਕਿ ਲਗਾਤਾਰ ਖਸਖਸ ਦੀ ਖੇਤੀ ਨੂੰ ਸ਼ੁਰੂ ਕਰਵਾਉਣ ਲਈ ਮੰਗ ਕੀਤੀ ਜਾਂਦੀ ਹੈ ਕਿ ਅਫੀਮ ਦੀ ਖੇਤੀ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਵੀ ਲਾਇਸੈਂਸ ਦਿੱਤਾ ਜਾਵੇ। ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰਵਾਉਣ ਲਈ ਕਿਸਾਨ ਲਗਾਤਾਰ 2 ਹੀ ਵੱਡੇ ਕਾਰਨ ਦੱਸਦੇ ਨੇ। ਪਹਿਲਾ ਕਾਰਨ ਤੇ ਇਹ ਦੱਸਿਆ ਜਾਂਦਾ ਹੈ ਕਿ ਸੂਬੇ ਵਿੱਚ ਸਿੰਥੈਟਿਕ ਤੇ ਐਲੋਪੈਥਿਕ ਨਸ਼ਾ ਪੈਰ ਫਸਾਰੀ ਜਾਂਦਾ ਹੈ, ਜੋ ਕਿ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਤੇ ਇਹਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਅਫੀਮ ਜਾਂ ਪੋਸਟ ਚਿੱਟੇ ਦੀ ਤਰ੍ਹਾਂ ਸਰੀਰ ਨੂੰ ਜ਼ਿਆਦਾ ਨੁਕਸਾਨ ਨਹੀਂ ਕਰੇਗਾ। ਅਫੀਮ ਦੇ ਨਾਲ ਚਿੱਟਾ ਪੰਜਾਬ ਵਿੱਚ ਖਤਮ ਕੀਤਾ ਜਾ ਸਕਦਾ ਹੈ। ਜਦੋਂ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਾਉਣ ਦਾ ਇੱਕ ਵੱਡਾ ਵਾਅਦਾ ਕਰਦੀਆਂ ਨੇ। ਦੂਜੇ ਪਾਸੇ ਇਹੀ ਪਾਰਟੀਆਂ ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਉਗਾਉਣ ਦੀ ਵੀ ਮੰਗ ਕਰਦੀਆਂ ਰਹੀਆਂ ਨੇ। 2017 ਵਿੱਚ ਕਾਂਗਰਸ ਪਾਰਟੀ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਿ ਮੇਰੇ ਚਾਚਾ ਜੀ ਵੀ ਅਫੀਮ ਖਾਂਦੇ ਸੀ ਤੇ ਦਵਾਈ ਦੀ ਤਰ੍ਹਾਂ ਇਸ ਦਾ ਸੇਵਨ ਕਰਦੇ ਸੀ ਤੇ ਉਹਨਾਂ ਨੇ ਲੰਮੀ ਉਮਰ ਵੀ ਭੋਗੀ। ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਸਿੰਥੈਟਿਕ ਨਸ਼ਿਆਂ ਨਾਲੋਂ ਅਫੀਮ ਕਿਤੇ ਜ਼ਿਆਦਾ ਬੈਟਰ ਹੈ। ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸਾਬਕਾ MP ਧਰਮਵੀਰ ਕਾਂਦੀ ਨੇ ਖਸਖਸ ਦੀ ਖੇਤੀ ਦਾ ਪੂਰਨ ਸਮਰਥਨ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਮੁਲਤਵੀ ਕੀਤਾ ਗਿਆ ਤੇ ਗਾਂਧੀ ਕਾਫੀ ਮੁਸ਼ਕਿਲ ਵਿੱਚ ਵੀ ਰਹੇ, ਕਿਉਂਕਿ ਇਹਨਾਂ ਦੇ ਉੱਤੇ ਇਲਜ਼ਾਮ ਸੀ ਕਿ ਲੁਧਿਆਣੇ ਦੇ ਛਪਾਰੀ ਏਰੀਆ ਵਿੱਚ ਇਹਨਾਂ ਨੇ ਖਸਖਸ ਬੀਜਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਵੇਂ ਹਿੰਦੁਸਤਾਨ ਦੇ ਹੋਰ ਰਾਜਾਂ ਨੂੰ ਅਫੀਮ ਉਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ਤਰ੍ਹਾਂ ਪੰਜਾਬ ਨੂੰ ਵੀ ਅਫੀਮ ਨੂੰ ਉਗਾਉਣ ਦੀ ਇਜਾਜ਼ਤ ਦਿੱਤੀ ਜਾਵੇ, ਨਾ ਕਿ ਕਿਸੇ ਗਲਤ ਤਰੀਕੇ ਦੇ ਨਾਲ ਅਫੀਮ ਲੋਕਾਂ ਤੱਕ ਪਹੁੰਚੇ। ਹਰ ਵਾਰ ਤੇ ਦਾਅਵਾ ਇਹ ਕੀਤਾ ਜਾਂਦਾ ਹੈ ਕਿ ਅਫੀਮ ਦੇ ਨਾਲ ਨੌਜਵਾਨ ਚਿੱਟੇ ਤੇ ਹੋਰ ਸਿੰਥੈਟਿਕ ਨਸ਼ਿਆਂ ਤੋਂ ਬਚ ਜਾਣਗੇ। ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰਵਾਉਣ ਦਾ ਦੂਸਰਾ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਹਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਕਾਫੀ ਵਾਧਾ ਹੋਵੇਗਾ, ਪਰ ਇਹਨਾਂ ਦੋਨਾਂ ਕਾਰਨਾਂ ਦੀ ਸੱਚਾਈ ਕੁਝ ਹੋਰ ਹੈ, ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਇਹ ਤਾਂ ਅਫੀਮ ਦੀ ਖੇਤੀ ਦੇ ਫਾਇਦੇ ਦੀ ਗੱਲ ਹੋ ਗਈ, ਹੁਣ ਇਹਦੇ ਨੁਕਸਾਨਾਂ ਦੇ ਉੱਤੇ ਵੀ ਗੌਰ ਕਰਦੇ ਹਾਂ। ਇਸ ਮਾਮਲੇ ਨੂੰ ਸਮਝਣ ਲਈ ਅਫੀਮ ਦੇ ਲਾਭ ਤੇ ਹਾਨੀ ਦੋਵਾਂ ਪੱਖਾਂ ਨੂੰ ਸਮਝਣਾ ਬੜਾ ਹੀ ਜ਼ਰੂਰੀ ਹੈ। ਕੁਝ ਸ਼ੋਧਕਰਤਾਵਾਂ ਦਾ ਮੰਨਣਾ ਇਹ ਵੀ ਹੈ ਕਿ ਇੱਕ ਨਸ਼ੇ ਦੇ ਨਾਲ ਦੂਸਰੇ ਨਸ਼ੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜੇਕਰ ਅਫੀਮ ਦੀ ਖੇਤੀ ਸ਼ੁਰੂ ਹੁੰਦੀ ਹੈ ਤੇ ਸਿੰਥੈਟਿਕ ਨਸ਼ਾ ਕਰਨ ਵਾਲੇ ਲੋਕ ਸਿੰਥੈਟਿਕ ਨਸ਼ੇ ਨੂੰ ਛੱਡ ਕੇ ਅਫੀਮ ਖਾਣਾ ਸ਼ੁਰੂ ਕਰ ਦੇਣਗੇ, ਬਲਕਿ ਇੱਥੇ ਜੋ ਸਿੰਥੈਟਿਕ ਨਸ਼ਾ ਕਰਦੇ ਹੀ ਨਹੀਂ ਉਹ ਵੀ ਅਫੀਮ ਦੀ ਲੱਤ ਦਾ ਸ਼ਿਕਾਰ ਹੋ ਜਾਣਗੇ। ਇਹਦਾ ਮਤਲਬ ਇਹ ਹੈ ਕਿ ਜੋ ਲੋਕ ਚਿੱਟਾ ਛੱਡਣਗੇ ਉਹ ਅਫੀਮ ਦੇ ਉੱਤੇ ਤੇ ਲੱਗਣਗੇ ਹੀ, ਪਰ ਜੋ ਲੋਕ ਚਿੱਟਾ ਨਹੀਂ ਕਰਦੇ ਉਹ ਵੀ ਅਫੀਮ ਦੇ ਉੱਤੇ ਲੱਗ ਜਾਣਗੇ। ਜੇਕਰ ਲਾਗੇ ਬੰਨੇ ਅਫੀਮ ਆਮ ਹੋ ਜਾਵੇਗੀ ਤੇ ਛੋਟੇ ਬੱਚੇ ਵੀ ਇਸ ਦਾ ਸੇਵਨ ਕਰਨ ਲੱਗ ਜਾਣਗੇ। ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਵਾਲੇ ਨਸ਼ੇ ਜੋ ਚੱਲ ਰਹੇ ਨੇ ਉਹਨਾਂ ਨੂੰ ਬੰਦ ਕਰਵਾ ਕੇ ਨਸ਼ੇੜੀਆਂ ਦਾ ਇਲਾਜ ਕਰਵਾ ਕੇ ਉਹਨਾਂ ਦੀ ਜ਼ਿੰਦਗੀ ਸੁਧਾਰੀ ਜਾਵੇ, ਨਾ ਕਿ ਇੱਕ ਨਸ਼ੇ ਚੋਂ ਕੱਢ ਕੇ ਦੂਸਰੇ ਨਸ਼ੇ ਦੇ ਵਿੱਚ ਪਾਇਆ ਜਾਵੇ। ਪਹਿਲਾਂ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਹੋ ਚੁੱਕਿਆ ਹੈ। ਦੁਨੀਆ ਦੀ 80% ਅਫੀਮ ਅਫਗਾਨਿਸਤਾਨ ਵਿੱਚ ਪੈਦਾ ਕੀਤੀ ਜਾਂਦੀ ਹੈ। ਉੱਥੇ ਤਕਰੀਬਨ ਹਰ ਘਰ ਦੇ ਵਿੱਚ ਲੋਕ ਅਫੀਮ ਦੇ ਆਦੀ ਹੋ ਚੁੱਕੇ ਨੇ। ਹਾਲਾਂਕਿ ਤਾਲਿਬਾਨ ਨੇ ਹੁਣ ਅਫੀਮ ਦੀ ਖੇਤੀ ਦੇ ਉੱਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਹੈ। 1955 ਤੱਕ ਪੰਜਾਬ ਵਿੱਚ ਵੀ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ ਤੇ ਬਾਅਦ ਵਿੱਚ ਇਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ। ਭਾਰਤ ਵਿੱਚ ਅਫੀਮ ਦੀ ਖੇਤੀ ਕਰਨ ਲਈ ਲਾਇਸੈਂਸ ਵਿੱਤ ਮੰਤਰਾਲੇ ਦੁਆਰਾ ਦਿੱਤਾ ਜਾਂਦਾ ਹੈ, ਜੋ ਕਿ ਹਰ ਜਗ੍ਹਾ ਤੋਂ ਨਹੀਂ ਮਿਲਦਾ। ਹੁਣ ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅਫੀਮ ਦੀ ਕਾਨੂੰਨੀ ਖੇਤੀ ਕਰਵਾਈ ਜਾ ਰਹੀ ਹੈ। ਅਫੀਮ ਦੇ ਲਾਇਸੈਂਸ ਦੀਆਂ ਕਈ ਸ਼ਰਤਾਂ ਹੁੰਦੀਆਂ ਨੇ। ਸਰਕਾਰ ਇਹ ਵੀ ਤੈਅ ਕਰਦੀ ਹੈ ਕਿ ਕਿਸਾਨ ਕਿੰਨੀ ਜ਼ਮੀਨ ਦੇ ਉੱਤੇ ਅਫੀਮ ਦੀ ਖੇਤੀ ਕਰੇਗਾ। ਫਸਲ ਆਉਣ ਤੋਂ ਬਾਅਦ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਨਾਰਕੋਟਿਕਸ ਵਿਭਾਗ ਨੂੰ ਜਮ੍ਹਾਂ ਕਰਵਾਉਣੀ ਪੈਂਦੀ ਹੈ। ਫਸਲ ਆਉਣ ਤੋਂ ਬਾਅਦ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਸਾਰੀ ਅਫੀਮ ਨਾਰਕੋਟਿਕਸ ਵਿਭਾਗ ਨੂੰ ਜਮ੍ਹਾਂ ਕਰਵਾਉਣੀ ਪੈਂਦੀ ਹੈ। ਜੇਕਰ ਅਫੀਮ ਨਿਰਧਾਰਿਤ ਪੈਮਾਨੇ ਤੋਂ ਘੱਟ ਪਾਈ ਜਾਂਦੀ ਹੈ ਤੇ ਲਾਇਸੈਂਸ ਰੱਦ ਵੀ ਕੀਤਾ ਜਾਂਦਾ ਹੈ। ਇੱਥੇ ਵੀ ਸਵਾਲ ਆਉਂਦਾ ਹੈ ਕਿ ਜਿਹੜੇ ਕਿਸਾਨ ਦੇ ਕੋਲ ਅਫੀਮ ਉਗਾਉਣ ਦਾ ਲਾਇਸੈਂਸ ਹੁੰਦਾ ਹੈ ਉਹ ਤੇ ਬੜੀ ਆਸਾਨੀ ਦੇ ਨਾਲ ਥੋੜੀ ਬਹੁਤ ਅਫੀਮ ਕਾਲਾ ਬਾਜ਼ਾਰ ਵਿੱਚ ਵੇਚ ਸਕਦਾ ਹੈ। ਤੇ ਦੱਸ ਦਈਏ ਕਿ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਅਫੀਮ ਹੀ
ਕਿਸਾਨ ਮਸਾ ਪੂਰੀ ਕਰਕੇ ਦਿੰਦਾ ਹੈ ਤਾਂ ਬਲੈਕ ਮਾਰਕੀਟ ਵਿੱਚ ਅਫੀਮ ਵੇਚਣ ਦਾ ਖਿਆਲ ਤਾਂ ਛੱਡ ਹੀ ਦੇਣਾ ਚਾਹੀਦਾ ਹੈ। ਅਫੀਮ ਦੀ ਕਾਨੂੰਨੀ ਖੇਤੀ ਦੀ ਪ੍ਰਕਿਰਿਆ ਇਹ ਹੈ ਕਿ ਨਾਰਕੋਟਿਕਸ ਵਿਭਾਗ ਦੀਆਂ ਸੰਸਥਾਵਾਂ ਤੋਂ ਉਹਨਾਂ ਦੇ ਬੀਜ ਖਰੀਦ ਸਕਦੇ ਜੇ। ਬੀਜ ਲਾਉਣ ਤੋਂ ਬਾਅਦ 100 ਤੋਂ 120 ਦਿਨਾਂ ਦੇ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਫੁੱਲਾਂ ਦੇ ਡਿੱਗਣ ਤੋਂ ਬਾਅਦ ਇਸ ਤਰ੍ਹਾਂ ਦੀ ਫਸਲ ਤਿਆਰ ਹੋ ਜਾਂਦੀ ਹੈ ਜਿਸ ਨੂੰ ਆਮ ਭਾਸ਼ਾ ਦੇ ਵਿੱਚ ਡੋਡੇ ਕਿਹਾ ਜਾਂਦਾ ਹੈ। ਅਫੀਮ ਦੀ ਕਟਾਈ ਥੋੜੀ ਮਾਤਰਾ ਦੇ ਵਿੱਚ ਹਰ ਰੋਜ਼ ਕਰਵਾਈ ਜਾਂਦੀ ਹੈ। ਸ਼ਾਮ ਦੇ ਸਮੇਂ ਅਫੀਮ ਦੇ ਡੋਡਿਆਂ ਦੇ ਉੱਤੇ ਇਸ ਤਰ੍ਹਾਂ ਦੇ ਚੀਰੇ ਲਗਾਏ ਜਾਂਦੇ ਨੇ ਤੇ ਰਾਤ ਭਰ ਛੱਡ ਦਿੱਤਾ ਜਾਂਦਾ ਹੈ ਤੇ ਅਗਲੀ ਸਵੇਰ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਇਹਨਾਂ ਵਿੱਚੋਂ ਨਿਕਲਣ ਵਾਲੇ ਲਿਕੁਇਡ ਨੂੰ ਇਕੱਠਾ ਕੀਤਾ ਜਾਂਦਾ ਹੈ। ਜਦੋਂ ਤਰਲ ਮਟੀਰੀਅਲ ਬਾਹਰ ਆਉਣਾ ਬੰਦ ਹੋ ਜਾਂਦਾ ਹੈ ਤੇ ਉਹਨਾਂ ਨੂੰ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ। ਫਸਲ ਸੁੱਕਣ ਤੋਂ ਬਾਅਦ ਇਹਨਾਂ ਨੂੰ ਤੋੜ ਕੇ ਇਹਨਾਂ ਦੇ ਵਿੱਚੋਂ ਬੀਜਾਂ ਨੂੰ ਕੱਢ ਲਿੱਤਾ ਜਾਂਦਾ ਹੈ। ਹਰ ਸਾਲ ਅਪ੍ਰੈਲ ਦੇ ਮਹੀਨੇ ਨਾਰਕੋਟਿਕਸ ਵਿਭਾਗ ਕਿਸਾਨਾਂ ਤੋਂ ਕੁਝ ਹਜ਼ਾਰ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਅਫੀਮ ਖਰੀਦ ਲੈਂਦਾ ਹੈ। ਜਿੰਨਾ ਵੀ MSP ਸਰਕਾਰ ਨੇ ਨਿਰਧਾਰਿਤ ਕੀਤਾ ਹੋਇਆ ਹੈ ਉਸ ਦੇ ਹਿਸਾਬ ਦੇ ਨਾਲ ਫਸਲ ਦਾ ਰੇਟ ਤੈਅ ਕੀਤਾ ਜਾਂਦਾ ਹੈ। ਇੱਥੇ ਵੀ ਸਵਾਲ ਆਉਂਦਾ ਹੈ ਕਿ ਸਰਕਾਰ ਕਿਲੋਆਂ ਦੇ ਹਿਸਾਬ ਦੇ ਨਾਲ ਅਫੀਮ ਖਰੀਦਦੀ ਹੈ, ਉਹ ਵੀ ਕੁਝ ਹਜ਼ਾਰ ਰੁਪਏ ਵਿੱਚ। ਇੱਥੇ ਵੀ ਦੱਸਦੀ ਹੈ ਕਿ ਅਫੀਮ ਮਹਿੰਗੇ ਭਾਅ ਦੇ ਵਿੱਚ ਗ੍ਰਾਮਾਂ ਦੇ ਵਿੱਚ ਸਿਰਫ ਕਾਲਾ ਬਾਜ਼ਾਰੀ ਦੇ ਵਿੱਚ ਵੇਚੀ ਜਾਂਦੀ ਹੈ। ਸਰਕਾਰੀ ਰੇਟ ਬਹੁਤ ਘੱਟ ਹੁੰਦੇ ਨੇ। ਇਸ ਤਰ੍ਹਾਂ ਅਫੀਮ ਦੀ ਖੇਤੀ ਦੇ ਨਾਲ ਮੁਨਾਫਾ ਉਹਨਾਂ ਨਹੀਂ ਹੋਵੇਗਾ ਜਿੰਨਾ ਕਿ ਸੋਚਿਆ ਜਾ ਰਿਹਾ ਹੈ। ਸਰਕਾਰ ਨੂੰ ਜਿੰਨੀ ਜ਼ਰੂਰਤ ਹੁੰਦੀ ਹੈ ਸਿਰਫ ਉਨੀ ਹੀ ਜ਼ਮੀਨ ਦੇ ਉੱਤੇ ਖੇਤੀ ਕਰਵਾਈ ਜਾਂਦੀ ਹੈ। ਭਾਰਤ ਵਿੱਚ ਅਫੀਮ ਦੀ ਖੇਤੀ ਮੁਗਲ ਦੇ ਸਮੇਂ 1500 ਤੋਂ ਲੈ ਕੇ 1605 ਦੇ ਵਿਚਕਾਰ ਸ਼ੁਰੂ ਹੋਈ ਸੀ। ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਅਫੀਮ ਤੋਂ ਕਾਫੀ ਕਮਾਈ ਕੀਤੀ। ਅਫੀਮ ਚੀਨ ਤੇ ਹੋਰ ਵੀ ਪੂਰਬੀ ਦੇਸ਼ਾਂ ਦੇ ਨਾਲ ਵਪਾਰ ਦੀ ਇੱਕ ਮਹੱਤਵਪੂਰਨ ਵਸਤੂ ਹੁੰਦੀ ਸੀ। 1757 ਵਿੱਚ ਪਲਾਸਟਿਕ ਦੀ ਲੜਾਈ ਤੋਂ ਬਾਅਦ ਇੱਕ ਅਧਿਕਾਰ ਈਸਟ ਇੰਡੀਆ ਕੰਪਨੀ ਦੇ ਹੱਥਾਂ ਵਿੱਚ ਚਲਾ ਗਿਆ। ਦਵਾਈਆਂ ਤੇ ਹੋਰ ਵਿਗਿਆਨਿਕ ਆਦੇਸ਼ਾਂ ਤੋਂ ਇਲਾਵਾ ਅਫੀਮ ਦੇ ਹੋਰ ਵੀ ਕਈ ਮਾੜੇ ਪ੍ਰਭਾਵ ਸੀ। ਸਭ ਤੋਂ ਵੱਡਾ ਪ੍ਰਭਾਵ ਕਿ ਲੋਕ ਅਫੀਮ ਦੇ ਆਦੀ ਹੋ ਚੁੱਕੇ ਸੀ। ਇਸ ਕਰਕੇ ਅਫੀਮ ਦੀ ਖੇਤੀ ਨੂੰ ਘਟਾਉਣ ਦੀ ਪ੍ਰਕਿਰਿਆ ਚਾਲੂ ਕੀਤੀ ਗਈ। 1909 ਵਿੱਚ ਬ੍ਰਿਟਿਸ਼ ਭਾਰਤ ਸਰਕਾਰ ਨੇ ਇੱਕ ਅੰਤਰਰਾਸ਼ਟਰੀ ਸੰਧੀ ਦੇ ਉੱਤੇ ਸਿਗਨੇਚਰ ਕੀਤੇ ਸੀ। ਅੰਗਰੇਜ਼ਾਂ ਦੇ ਰਾਜ ਦੌਰਾਨ ਹੀ 1910 ਵਿੱਚ ਹੀ ਬਿਹਾਰ ਰਾਜ ਵਿੱਚ ਅਫੀਮ ਦੀ ਖੇਤੀ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਵੀ ਅਫੀਮ ਦੀ ਖੇਤੀ ਨੂੰ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ 1 ਅਪ੍ਰੈਲ 1950 ਤੋਂ ਅਫੀਮ ਦੀ ਖੇਤੀ ਤੇ ਨਿਰਮਾਣ ਦਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣ ਗਈ ਸੀ। ਕੇਂਦਰ ਸਰਕਾਰ ਨੇ ਅਫੀਮ ਦੀ ਖੇਤੀ ਨੂੰ ਲੈ ਕੇ ਕਈ ਕਾਨੂੰਨ ਬਣਾਏ ਜੋ ਕਿ ਭਾਰਤ ਦੇ ਸਾਰੇ ਰਾਜਾਂ ਵਿੱਚ ਬਰਾਬਰ ਲਾਗੂ ਹੋ ਗਏ। ਪੰਜਾਬ ਵਿੱਚ 1955 ਤੱਕ ਅਫੀਮ ਦੀ ਖੇਤੀ ਹੋ ਰਹੀ ਸੀ ਜਿਸ ਦੇ ਉੱਤੇ ਬਾਅਦ ਵਿੱਚ ਪਾਬੰਦੀ ਲਗਾ ਦਿੱਤੀ ਗਈ। ਜਦੋਂ 1985 ਵਿੱਚ NDPS ਐਕਟ ਆਇਆ ਤਾਂ ਅਫੀਮ ਨੂੰ ਵੀ ਇਸ ਐਕਟ ਦੇ ਵਿੱਚ ਲਿਆਂਦਾ ਗਿਆ ਤੇ ਭਾਰਤ ਵਿੱਚ ਵੀ ਅਫੀਮ ਉਗਾਉਣ ਤੇ ਪਾਬੰਦੀ ਲਗਾ ਦਿੱਤੀ ਗਈ। NDPS ਐਕਟ 1985 ਤੋਂ ਬਾਅਦ ਭਾਰਤ ਦੇ ਕੁਝ ਰਾਜਾਂ ਵਿੱਚ ਹੀ ਅਫੀਮ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਗਈ। NDPS ਐਕਟ ਮਤਲਬ ਕਿ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਜਿਸ ਦੇ ਅੰਡਰ ਨਸ਼ੀਲੇ ਪਦਾਰਥਾਂ ਦੀ ਖਪਤ, ਨਸ਼ੀਲੇ ਪਦਾਰਥ ਬਣਾਉਣ, ਵੇਚਣ ਜਾਂ ਖਰੀਦਣ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਇਸੇ ਕਰਕੇ ਇਹ ਐਕਟ ਬਣਾਇਆ ਗਿਆ ਸੀ ਜਿਹਨੂੰ ਕਿ ਸ਼ਾਰਟ ਵਿੱਚ NDPS ਕਿਹਾ ਜਾਂਦਾ ਹੈ, ਜਿਹਨੂੰ ਕਿ 1985 ਦੇ ਵਿੱਚ ਹੀ ਲਾਗੂ ਕੀਤਾ ਗਿਆ। NDPS ਦੇ ਤਹਿਤ ਦੋ ਤਰ੍ਹਾਂ ਦੇ ਨਸ਼ੇ ਆਉਂਦੇ ਨੇ, ਨਾਰਕੋਟਿਕਸ ਤੇ ਸਾਈਕੋਟ੍ਰੋਪਿਕ। ਨਾਰਕੋਟਿਕਸ ਨਸ਼ੇ ਜ਼ਿਆਦਾਤਰ ਕਿ ਨੀਂਦ ਲਿਆਉਣ ਵਾਲੇ ਨਸ਼ਿਆਂ ਨੂੰ ਕਿਹਾ ਜਾਂਦਾ ਹੈ ਜੋ ਕਿ ਕੁਦਰਤੀ ਤਰੀਕੇ ਦੇ ਨਾਲ ਤਿਆਰ ਹੁੰਦੇ ਨੇ ਜਿਵੇਂ ਕਿ ਚਰਸ, ਗਾਂਜਾ, ਅਫੀਮ, ਹੈਰੋਇਨ, ਕੋਕੇਨ, ਮੋਰਫਿਨ। ਇਹ ਸਾਰੇ ਨਸ਼ੇ ਨਾਰਕੋਟਿਕ ਅਧੀਨ ਆਉਂਦੇ ਨੇ। ਸਾਈਕੋਟ੍ਰੋਪਿਕ ਨਸ਼ੇ ਉਹ ਹੁੰਦੇ ਨੇ ਜੋ ਕਿ ਸਿੱਧਾ ਦਿਮਾਗ ਦੇ ਉੱਤੇ ਅਸਰ ਕਰਦੇ ਨੇ। ਇਹ ਨਸ਼ੇ ਕੈਮੀਕਲ ਆਧਾਰਿਤ ਹੁੰਦੇ ਨੇ ਜਿਨ੍ਹਾਂ ਨੂੰ ਕਿ 2-3 ਕੈਮੀਕਲ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ ਜਿਵੇਂ ਕਿ LSD, MMDA ਤੇ ਹੋਰ ਵੀ ਕਈ ਤਰ੍ਹਾਂ ਦੇ। ਇਹਨਾਂ ਵਿੱਚੋਂ ਕਈ ਨਸ਼ੇ ਡਾਕਟਰੀ ਆਦੇਸ਼ਾਂ ਤੇ ਹੋਰ ਵੀ ਕਈ ਕੰਮਾਂ ਲਈ ਜ਼ਰੂਰੀ ਵੀ ਹੁੰਦੇ ਨੇ ਪਰ ਉਹਨਾਂ ਉੱਤੇ ਬੜੀ ਹੀ ਸਖਤੀ ਦੇ ਨਾਲ ਨਜ਼ਰ ਰੱਖਣੀ ਪੈਂਦੀ ਹੈ ਨਹੀਂ ਤਾਂ ਲੋਕਾਂ ਨੂੰ ਨਸ਼ੇ ਦੀ ਲੱਤ ਲੱਗ ਸਕਦੀ ਹੈ। ਇਸੇ ਕਰਕੇ ਇਹਨਾਂ ਦੇ ਉੱਤੇ ਕੰਟਰੋਲ ਰੱਖਣ ਲਈ NDPS ਐਕਟ ਬਣਾਇਆ ਗਿਆ। ਉਮੀਦ ਕਰਦੇ ਹਾਂ ਕਿ ਅਫੀਮ ਦੀ ਖੇਤੀ ਦੇ ਫਾਇਦੇ ਤੇ ਨੁਕਸਾਨ ਦੋਵਾਂ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਹੋਵੇਗਾ। ਤੁਹਾਡੇ ਮੁਤਾਬਕ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ, ਕਮੈਂਟ ਕਰਕੇ ਦੱਸ ਸਕਦੇ ਜੇ। ਆਪਣੇ ਕਿਸੇ ਖਾਸ ਟੌਪਿਕ ਦੇ ਉੱਤੇ ਵੀਡੀਓ ਦੇਖਣ ਲਈ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ। ਥੈਂਕ ਯੂ।